ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਮੈਂ ਮੈਰੀਟੋਰੀਅਸ ਸਕੂਲ ਜਲੰਧਰ ਦੇ ਵਿੱਚ ਬਤੌਰ ਕੈਮਿਸਟਰੀ ਲੈਕਚਰਰ ਕੰਮ ਕਰ ਰਿਹਾ ਹਾਂ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਹੈਲੋ ਅਲਕੇਨ ਹੈਲੋਰੀਨ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ SN1 SN2 ਰਿਐਕਸ਼ਨਸ। SN1 ਰਿਐਕਸ਼ਨ ਦੇ ਅੰਦਰ S ਦਾ ਮਤਲਬ ਹੈ ਸਬਸਟੀਟਿਊਸ਼ਨ, N ਦਾ ਮਤਲਬ ਹੈ ਨਿਊਕਲੀਓਫਿਲਿਕ ਤੇ 1 ਦਾ ਮਤਲਬ ਹੈ ਯੂਨੀਮੋਲੀਕੂਲਰ। ਇਸ ਦਾ ਮਤਲਬ ਹੈ ਜੋ SN1 ਰਿਐਕਸ਼ਨ ਹੈ ਉਸ ਦੇ ਵਿੱਚ ਜੋ ਰੇਟ ਹੈ ਉਹ ਡਿਪੈਂਡ ਕਰੇਗਾ ਸਬਸਟ੍ਰੇਟ ਦੀ ਕੰਸਨਟ੍ਰੇਸ਼ਨ ਦੇ ਉੱਤੇ। ਇੱਥੇ ਸਬਸਟ੍ਰੇਟ ਦਾ ਮਤਲਬ ਹੈ ਅਲਕਾਇਲ ਹੈਲਾਈਡ। ਆਓ ਅਸੀਂ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਸਭ ਤੋਂ ਪਹਿਲਾਂ ਇੱਕ ਸਬਸਟ੍ਰੇਟ ਲਿਆ ਹੈ ਜਿਹਦਾ ਨਾਮ ਹੈ ਟਰਸ਼ਰੀ ਬਿਊਟਾਈਲ ਬ੍ਰੋਮਾਈਡ। ਇਸ ਦੇ ਉੱਤੇ ਇੱਕ ਨਿਊਕਲੀਓਫਾਈਲ ਅਟੈਕ ਕਰੇਗਾ ਤੇ ਪ੍ਰੋਡਕਟ ਬਣਾ ਦੇਗਾ। ਜੋ ਟਰਸ਼ਰੀ ਬਿਊਟਾਈਲ ਬ੍ਰੋਮਾਈਡ ਹੈ ਉਸ ਦੇ ਵਿੱਚ ਇੱਕ ਲੀਵਿੰਗ ਗਰੁੱਪ ਹੋਏਗਾ, ਉਹ ਲੀਵ ਕਰ ਜਾਏਗਾ ਤੇ ਉਸ ਦੇ ਉੱਤੇ ਨਿਊਕਲੀਓਫਾਈਲ ਦਾ ਅਟੈਕ ਹੋ ਜਾਏਗਾ ਤੇ ਸਾਨੂੰ ਡਿਜ਼ਾਇਰਡ ਪ੍ਰੋਡਕਟ ਮਿਲ ਜਾਏਗਾ। ਆਓ ਅਸੀਂ ਡਿਸਕਸ ਕਰਦੇ ਹਾਂ SN1 ਰਿਐਕਸ਼ਨ ਦਾ ਮੈਕੈਨਿਜ਼ਮ। SN1 ਰਿਐਕਸ਼ਨਸ ਦੋ ਸਟੈਪ ਦੇ ਵਿੱਚ ਹੋਣਗੀਆਂ। ਸਭ ਤੋਂ ਪਹਿਲਾਂ ਜੋ ਹੈ ਕਾਰਬਨ ਤੇ ਹੈਲੋਜਨ ਵਾਲਾ ਬੌਂਡ ਬ੍ਰੇਕ ਕਰੇਗਾ ਤੇ ਕਾਰਬੋਕਟਾਇਨ ਦੀ ਫਾਰਮੇਸ਼ਨ ਹੋਏਗੀ। ਜਿਵੇਂ ਹੀ ਕਾਰਬੋਕਟਾਇਨ ਬਣਦਾ ਹੈ ਉਸ ਦੇ ਉੱਤੇ ਨਿਊਕਲੀਓਫਾਈਲ ਅਟੈਕ ਕਰ ਜਾਏਗਾ ਤੇ ਸਾਨੂੰ ਪ੍ਰੋਡਕਟ ਮਿਲ ਜਾਏਗਾ। ਇਸ ਦਾ ਮਤਲਬ ਇਹ ਹੈ ਇਸ ਦੇ ਵਿੱਚ ਜੋ ਰੇਟ ਸਿਰਫ ਅਲਕਾਇਲ ਹੈਲਾਈਡ ਦੀ ਕੰਸਨਟ੍ਰੇਸ਼ਨ 'ਤੇ ਹੀ ਡਿਪੈਂਡ ਕੀਤਾ। ਇਸ ਲਈ SN1 ਰਿਐਕਸ਼ਨ ਨੂੰ ਅਸੀਂ ਫਸਟ ਆਰਡਰ ਰਿਐਕਸ਼ਨ ਵੀ ਕਹਿ ਸਕਦੇ ਹਾਂ। ਇਸ ਦੇ ਵਿੱਚ ਕੁਝ ਪੁਆਇੰਟ ਜਿਹੜੇ ਅਸੀਂ ਯਾਦ ਰੱਖ ਸਕਦੇ ਹਾਂ, ਜਿਵੇਂ ਕਿ SN1 ਰਿਐਕਸ਼ਨ ਹਮੇਸ਼ਾ ਦੋ ਸਟੈਪ ਦੇ ਵਿੱਚ ਹੋਏਗੀ। ਇਸ ਦੇ ਵਿੱਚ ਕਾਰਬੋਕਟਾਇਨ ਦੀ ਫਾਰਮੇਸ਼ਨ ਹੋਏਗੀ। ਜੋ ਫਸਟ ਸਟੈਪ ਹੋਏਗਾ ਉਹ ਸਲੋ ਹੋਏਗਾ ਤੇ ਉਸ ਨੂੰ ਅਸੀਂ ਕਹਾਂਗੇ ਰੇਟ ਡਿਟਰਮਿਨਿੰਗ ਸਟੈਪ। ਤੇ ਰੇਟ ਸਿਰਫ ਅਲਕਾਇਲ ਹੈਲਾਈਡ ਦੀ ਕੰਸਨਟ੍ਰੇਸ਼ਨ 'ਤੇ ਹੀ ਡਿਪੈਂਡ ਕਰੇਗਾ। ਇਸ ਕਰਕੇ ਇਹਨਾਂ ਨੂੰ ਯੂਨੀਮੋਲੀਕੂਲਰ ਰਿਐਕਸ਼ਨ ਕਹਿੰਦੇ ਹਨ। ਜਿਵੇਂ ਕਿ ਅਸੀਂ ਬੋਲਿਆ ਕਿ ਰੇਟ ਜਿਹੜਾ ਆ ਉਹ ਫਸਟ ਆਰਡਰ ਸਿਰਫ ਅਲਕਾਇਲ ਹੈਲਾਈਡ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰ ਰਿਹਾ। ਇਸ ਕਰਕੇ ਜੋ ਰਿਐਕਸ਼ਨ ਹੋਏਗੀ ਉਹ ਫਸਟ ਆਰਡਰ ਕਾਈਨੈਟਿਕਸ ਨੂੰ ਫੋਲੋ ਕਰੇਗੀ। SN1 ਰਿਐਕਸ਼ਨ ਦੇ ਮੈਕੈਨਿਜ਼ਮ ਦੇ ਵਿੱਚ ਜੋ ਕਾਰਬੋਕਟਾਇਨ ਬਣਦਾ ਹੈ, ਕਾਰਬੋਕਟਾਇਨ ਦੀ ਫਾਰਮੇਸ਼ਨ ਹੁੰਦੀ ਹੈ। ਉਹ ਕਾਰਬੋਕਟਾਇਨ ਦੇ ਵਿੱਚ ਜੋ 2p ਆਰਬਿਟਲ ਹੁੰਦਾ ਦੈਟ ਇਜ਼ ਅਨਹਾਈਬ੍ਰਿਡਾਈਜ਼ ਹੋਏਗਾ। ਇਹ 2p ਆਰਬਿਟਲ ਹੀ ਜੋ ਹੈ ਨਿਊਕਲੀਓਫਾਈਲ ਦੇ ਨਾਲ ਬੌਂਡਿੰਗ ਕਰੇਗਾ। ਤੋ ਫਸਟ ਸਟੈਪ ਦੇ ਵਿੱਚ ਅਸੀਂ ਜਿਵੇਂ ਦੇਖ ਸਕਦੇ ਹਾਂ ਕਿ ਜਿਵੇਂ ਹੀ ਲੀਵਿੰਗ ਗਰੁੱਪ ਇੱਥੋਂ ਲੀਵ ਕਰਦਾ ਹੈ, ਜਿਵੇਂ ਕਿ PR ਨੈਗੇਟਿਵ ਇੱਥੋਂ ਚਲਾ ਜਾਏਗਾ, ਨਿਕਲ ਜਾਏਗਾ ਤੇ ਇਹ ਸਟੈਪ ਜਿਹੜਾ ਆ ਸਲੋ ਹੋਏਗਾ ਤੇ ਕਾਰਬੋਕਟਾਇਨ ਬਣੇਗਾ। ਤੋ ਕਾਰਬੋਕਟਾਇਨ ਜਿਹੜਾ ਹੋਏਗਾ ਉਸ ਦੇ ਵਿੱਚ ਜੋ ਕਾਰਬਨ ਹੋਏਗਾ ਜਿਸ ਦੇ ਉੱਤੇ ਪੋਜ਼ਿਟਿਵ ਚਾਰਜ ਹੈ, ਇਟ ਇਜ਼ sp2 ਹਾਈਬ੍ਰਿਡਾਈਜ਼ਡ ਤੇ ਇਸ ਦੀ ਜਿਹੜੀ ਸਟਰਕਚਰ ਹੋਏਗੀ ਉਹ ਪਲੇਨਰ ਹੋਏਗੀ। ਤੋ ਜਿਵੇਂ ਹੀ ਕਾਰਬੋਕਟਾਇਨ ਬਣਦਾ ਹੈ ਨਿਊਕਲੀਓਫਾਈਲ ਦਾ ਅਟੈਕ ਉਹਦੇ ਉੱਤੇ ਹੋ ਜਾਏਗਾ, ਨਿਊਕਲੀਓਫਾਈਲ ਅਟੈਕ ਕਰੇਗਾ। ਹੁਣ ਇਸ ਕੇਸ ਦੇ ਵਿੱਚ SN1 ਰਿਐਕਸ਼ਨ ਦੇ ਵਿੱਚ ਨਿਊਕਲੀਓਫਾਈਲ ਅਟੈਕ ਦੋਨੋਂ ਸਾਈਡ ਤੋਂ ਹੋ ਸਕਦਾ ਹੈ। ਦੋਨੋਂ ਸਾਈਡ ਕਹਿਣ ਦਾ ਮਤਲਬ ਇਹ ਆ ਅਸੀਂ ਇਸ ਨੂੰ ਫਰੰਟ ਸਾਈਡ
ਬੈਕ ਸਾਈਡ ਅਟੈਕ ਵੀ ਕਹਿ ਸਕਦੇ ਹਾਂ, ਅਸੀਂ ਇਹਨੂੰ ਅਪ ਸਾਈਡ ਡਾਊਨ ਸਾਈਡ ਅਟੈਕ ਵੀ ਕਹਿ ਸਕਦੇ ਹਾਂ। ਜਿਵੇਂ ਕਿ ਦੇਖੋ ਸਟੈਪ 2 ਦੇ ਅੰਦਰ ਨਿਊਕਲੀਓਫਾਈਲ ਆਏਗਾ, ਕਾਰਬੋਕਟਾਈਨ ਦੇ ਉੱਤੇ ਅਟੈਕ ਕਰੇਗਾ, ਕਾਰਬੋਕਟਾਈਨ ਦੇ ਨਾਲ ਅਟੈਚ ਕਰ ਜਾਏਗਾ ਨਿਊਕਲੀਓਫਾਈਲ, ਤੇ ਉਸ ਦੇ ਨਾਲ ਹੀ ਜੋ ਇਸ ਦੇ ਨਿਊਕਲੀਓਫਾਈਲ ਹੈ ਉਸਦੇ ਆਕਸੀਜਨ ਦੇ ਉੱਤੇ ਪੋਜ਼ਿਟਿਵ ਚਾਰਜ ਹੈ, ਤਾਂ ਉਸ ਨੂੰ ਸਟੇਬਲਾਈਜ਼ ਕਰਨ ਵਾਸਤੇ ਇਹ ਵਾਲਾ H ਇੱਥੋਂ ਰਿਮੂਵ ਕੀਤਾ ਜਾਏਗਾ ਤੇ ਸਾਨੂੰ ਪ੍ਰੋਡਕਟ ਮਿਲ ਜਾਏਗਾ। ਹੁਣ ਅਸੀਂ ਦੇਖਦੇ ਹਾਂ ਜੋ ਕਾਰਬੋਕਟਾਈਨ ਬਣਿਆ ਉਸ ਦਾ ਸਟੇਬਿਲਿਟੀ ਆਰਡਰ ਕੀ ਹੈ। ਤੋ SN1 ਰਿਐਕਸ਼ਨ ਦੇ ਵਿੱਚ ਜੋ ਟਰਸ਼ਰੀ ਕਾਰਬੋਕਟਾਈਨ ਬਣਦਾ ਹੈ ਉਹ ज़्यादा स्टेबल होएगा दैन सेकेंडरी कार्बोकटाइन 2 डिग्री कार्बोकटाइन, दैन प्राइमरी दैट इज़ 1 डिग्री कार्बोकटाइन, दैन मिथाइल कार्बोकटाइन। तो ये स्ट्रक्चर बनी हुई आप देख सकते हैं कि इनू टर्शरी किवें कहा कि टर्शरी कार्बोकटाइन वो हुंदा है जिस दे नाल 3 मिथाइल ग्रुप या 3 कार्बन जुड़े होण, जिस कार्बन के उत्ते पॉजिटिव चार्ज है अगर वो 3 कार्बन के नाल या 3 मिथाइल ग्रुप के नाल जुड़िया हुआ दैट इज़ कॉल्ड टर्शरी कार्बोकटाइन। तो इसकी स्टेबिलिटी मैक्सीमम होएगी। तो जो टर्शरी कार्बोकटाइन होएगा वो सब तो ज़्यादा स्टेबल होएगा, उस तो बाद सेकेंडरी दैन प्राइमरी तो मिथाइल कार्बोकटाइन आ जाएंगे। दैट मीन अगर असी टर्शरी तो प्राइमरी वाल या मिथाइल कार्बोकटाइन वाल मूव करते हैं दैन स्टेबिलिटी डिक्रीज़ करेगी। स्टेबिलिटी ऑफ कार्बोकटाइन डिक्रीजेस। कार्बोकटाइन की स्टेबिलिटी का डिक्रीज़ करने का कारण की है अगे समझते हाँ। जो कार्बोकटाइन है वो एक टर्म है हाइपर कंजुगेशन। ये हाइपर कंजुगेशन फिनोमिना करके स्टेबल होंदा है। हाइपर कंजुगेशन मीनस जिस कार्बन के उत्ते पॉजिटिव चार्ज आता है उस दे नाल वाले कार्बन के उत्ते जिन्ने हाइड्रोजन होणगे उन्नी हाइपर कंजुगेशन ज़्यादा होएगी। दैट मीनस अगर असी गल करिए टर्शरी के केस विच, टर्शरी कार्बोकटाइन के केस विच कार्बन जिस दे उत्ते पॉजिटिव चार्ज है उस दे नैक्सट कार्बनस दे उत्ते 9 हाइड्रोजन लगे होणगे जिहदे करके उहदे विच हाइपर कंजुगेशन ज़्यादा होएगी। जिन्नी ज़्यादा हाइपर कंजुगेशन होएगी उन्नी ज़्यादा उसकी स्टेबिलिटी होएगी। हुण जो हाइपर कंजुगेशन का मतलब इत्थे ये है कि जो कार्बन जिस कार्बन के उत्ते पॉजिटिव चार्ज आया है वो कार्बन नाल वाले कार्बन दे हाइड्रोजन दे जो सिग्मा बॉन्ड है उसके नाल इंटरैक्ट करेगा तो बॉन्डिंग करेगा, सिग्मा इलैक्ट्रॉन के नाल बॉन्डिंग कर लेगा। तो जिन्नी ज़्यादा अल्फा हाइड्रोजन लगे होणगे उस कार्बन के उत्ते उन्नी ही ज़्यादा उसकी स्टेबिलिटी होएगी। तो आप इस तरह भी कह सकते हैं कि जिन्ने ज़्यादा अल्काइल ग्रुप होणगे उस कार्बोकटाइन के उत्ते उस कार्बन के उत्ते जिस दे उत्ते पॉजिटिव चार्ज है उन्नी उहदी ज़्यादा स्टेबिलिटी होएगी। तो इसलिए असी ऑर्डर नूं इस तरीके नाल दसिया है कि टर्शरी कार्बोकटाइन है उसकी स्टेबिलिटी ज़्यादा है क्योंकि टर्शरी कार्बोकटाइन के अंदर जो हाइपर कंजुगेशन है वो ज़्यादा होएगी एज़ कंपेयर टू सेकेंडरी कार्बोकटाइन दैन प्राइमरी एंड मिथाइल कार्बोकटाइन। हुण असी डिस्कस करते हैं स्टीरियोकैमिस्ट्री। स्टीरियोकैमिस्ट्री ऑफ SN1 रिएक्शन। इत्थे स्टीरियोकैमिस्ट्री का मतलब है कि अटैक ऑफ न्यूक्लियोफाइल किमें हो रहा है, इस दे अंदर न्यूक्लियोफाइल कार्बोकटाइन ते किमें अटैक कर रहा है।
ਇਹ ਸਾਡੇ ਕੋਲ ਸਬਸਟ੍ਰੇਟ ਹੈ, ਕੋਈ ਵੀ ਅਲਕਾइल ਹਲਾਈਡ ਲੈ ਸਕਦੇ ਹਾਂ ਸਬਸਟ੍ਰੇਟ। ਜਿਵੇਂ ਹੀ ਲੀਵਿੰਗ ਗਰੁੱਪ ਇੱਥੋਂ ਲੀਵ ਕਰੇਗਾ Br ਐਜ਼ ਏ Br ਨੈਗੇਟਿਵ, ਇੱਥੇ ਜੋ ਲੀਵਿੰਗ ਗਰੁੱਪ ਹੈ ਬ੍ਰੋਮਾਈਡ ਆਇਨ ਹੈ, ਜਿਵੇਂ ਹੀ ਬ੍ਰੋਮਾਈਡ ਆਇਨ ਇੱਥੋਂ ਲੀਵ ਕਰਦਾ ਹੈ ਕਾਰਬੋਕਟਾਇਨ ਦੀ ਫਾਰਮੇਸ਼ਨ ਹੋ ਜਾਂਦੀ ਹੈ। ਹੁਣ ਇਸ ਦੇ ਵਿੱਚ ਦੋ ਪੋਸੀਬਿਲਿਟੀਜ਼ ਬਣਦੀਆਂ ਹੈ, ਜਾਂ ਤਾਂ ਨਿਊਕਲੀਓਫਾਈਲ, ਇਹ ਨਿਊਕਲੀਓਫਾਈਲ ਹੈ, ਨਿਊਕਲੀਓਫਾਈਲ ਟੌਪ ਤੋਂ ਵੀ ਅਟੈਕ ਕਰ ਸਕਦਾ ਹੈ, ਨਿਊਕਲੀਓਫਾਈਲ ਬਾਟਮ ਤੋਂ ਵੀ ਅਟੈਕ ਕਰ ਸਕਦਾ, ਜਿਵੇਂ ਕਿ ਡਾਇਗਰਾਮ ਦੇ ਵਿੱਚ ਦਿਖਾਇਆ ਗਿਆ ਹੈ। ਅਗਰ ਨਿਊਕਲੀਓਫਾਈਲ ਟੌਪ ਤੋਂ ਅਟੈਕ ਕਰਦਾ ਹੈ ਤਾਂ ਸਾਡੇ ਕੋਲ ਇਸ ਤਰੀਕੇ ਦੀ ਜਿਹੜਾ ਆ ਪ੍ਰੋਡਕਟ ਬਣਨ ਦੀ ਪੋਸੀਬਿਲਿਟੀ ਹੁੰਦੀ ਹੈ। ਦੂਸਰੇ ਕੇਸ ਦੇ ਵਿੱਚ ਅਗਰ ਨਿਊਕਲੀਓਫਾਈਲ ਬਾਟਮ ਤੋਂ ਅਟੈਕ ਕਰਦਾ ਹੈ ਤਾਂ ਨਿਊਕਲੀਓਫਾਈਲ ਇੱਥੇ ਆ ਕੇ ਲੱਗ ਜਾਏਗਾ, ਤਾਂ ਇਸ ਤਰੀਕੇ ਦਾ ਪ੍ਰੋਡਕਟ ਬਣੇਗਾ। ਦੈਟ ਮੀਨਸ ਸਾਡੇ ਕੋਲ ਮਿਕਸਚਰ ਆਫ ਪ੍ਰੋਡਕਟ ਬਣੇਗਾ, ਮੀਨਸ ਦੋ ਜਿਹੜੇ ਆ ਸਾਡੇ ਕੋਲ ਪ੍ਰੋਡਕਟ ਬਣ ਸਕਦੇ ਆ। ਇਸ ਕਰਕੇ ਇਸ ਨੂੰ ਕਹਿੰਦੇ ਆ ਰੈਸਮਾਈਜੇਸ਼ਨ। ਇਸ ਟਰਮ ਦਾ ਨਾਮ ਹੈ ਰੈਸਮਾਈਜੇਸ਼ਨ, ਮੀਨਸ ਕਿ ਇੱਥੇ ਦੋ ਤਰੀਕੇ ਦੇ ਪ੍ਰੋਡਕਟ ਬਣ ਸਕਦੇ ਹਨ। ਇੱਕ ਅਗਰ ਅਟੈਕ ਨਿਊਕਲੀਓਫਾਈਲ ਦਾ ਟੌਪ ਸਾਈਡ ਤੋਂ ਹੋ ਰਿਹਾ ਆ, ਉਹਦੇ ਹਿਸਾਬ ਨਾਲ ਪ੍ਰੋਡਕਟ ਬਣ ਸਕਦਾ ਆ। ਦੂਸਰਾ ਪ੍ਰੋਡਕਟ ਜੋ ਬਣੇਗਾ ਉਹ ਉਦੋਂ ਬਣੇਗਾ ਜਦੋਂ ਅਟੈਕ ਨਿਊਕਲੀਓਫਾਈਲ ਬਾਟਮ ਸਾਈਡ ਤੋਂ ਕਰੇਗਾ। ਅੱਗੇ ਪੜ੍ਹਦੇ ਹਾਂ ਰੀਅਰੇਂਜਮੈਂਟ। SN1 ਰਿਐਕਸ਼ਨ ਦੇ ਅੰਦਰ ਰੀਅਰੇਂਜਮੈਂਟ ਹੁੰਦੀ ਹੈ। ਰੀਅਰੇਂਜਮੈਂਟ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਸਟੇਬਿਲਿਟੀ ਜੋ ਹਮੇਸ਼ਾ ਹੀ ਸਟੇਬਲ ਪ੍ਰੋਡਕਟ ਬਣੇਗਾ। ਅਗਰ ਸਟੇਬਲ ਪ੍ਰੋਡਕਟ ਬਣਾਉਣ ਵਾਸਤੇ ਕੋਈ ਰੀਅਰੇਂਜਮੈਂਟ ਦੀ ਪੋਸੀਬਿਲਿਟੀ ਹੋਏਗੀ ਤਾਂ ਰੀਅਰੇਂਜਮੈਂਟ ਹੋ ਸਕਦੀ ਆ। ਹੁਣ ਰੀਅਰੇਂਜ ਕੌਣ ਕਰੇਗਾ? ਇਹਦੇ ਵਿੱਚ ਦੋ ਤਰੀਕੇ ਦੀ ਰੀਅਰੇਂਜਮੈਂਟ ਹੋ ਸਕਦੀ ਹੈ। ਇਹਦੇ ਵਿੱਚ ਪਹਿਲਾਂ ਤਾਂ ਹਾਈਡਰਾਈਡ ਸ਼ਿਫਟ ਵੀ ਹੋ ਸਕਦੀ ਹੈ ਜਾਂ ਫਿਰ ਮਿਥਾਈਲ ਸ਼ਿਫਟ ਵੀ ਹੋ ਸਕਦੀ ਹੈ। ਐਗਜ਼ਾਮਪਲ ਦੇ ਨਾਲ ਸਮਝਦੇ ਹਾਂ, ਜਿਵੇਂ ਕਿ ਸਪੋਜ਼ ਕਰ ਲਓ ਸਾਡੇ ਕੋਲ ਇੱਕ ਅਲਕਾइल ਹਲਾਈਡ ਅਸੀਂ ਲਿਆ ਹੋਇਆ, ਜਿਹਦੇ ਵਿੱਚ ਇਸ ਤਰੀਕੇ ਨਾਲ ਇਹ ਅਲਕਾइल ਹਲਾਈਡ ਹੈ। ਇਸ ਦੇ ਅੰਦਰ ਸਭ ਤੋਂ ਪਹਿਲਾਂ ਜੋ ਲੀਵਿੰਗ ਗਰੁੱਪ ਹੈ ਉਹ ਲੀਵ ਕਰੇਗਾ, ਬ੍ਰੋਮਾਈਡ ਆਇਨ ਐਜ਼ ਏ Br ਨੈਗੇਟਿਵ ਲੀਵ ਕਰ ਜਾਏਗਾ। ਜਿਵੇਂ ਹੀ ਉਹ ਲੀਵ ਕਰੇਗਾ ਤੇ ਕਾਰਬੋਕਟਾਇਨ ਬਣ ਜਾਏਗਾ। ਇਸ ਤਰੀਕੇ ਨਾਲ ਦੇਖੋ ਕਾਰਬੋਕਟਾਇਨ ਦੀ ਫਾਰਮੇਸ਼ਨ ਹੋ ਗਈ। ਬਟ ਜਿਹੜਾ ਇੱਥੇ ਕਾਰਬੋਕਟਾਇਨ ਬਣਿਆ ਇਟ ਇਜ਼ 2 ਡਿਗਰੀ ਕਾਰਬੋਕਟਾਇਨ, ਦੈਟ ਇਜ਼ ਸੈਕੰਡਰੀ ਕਾਰਬੋਕਟਾਇਨ। ਸੈਕੰਡਰੀ ਮੀਨਸ ਇਹਦੇ ਵਿੱਚ ਜੋ ਕਾਰਬੋਕਟਾਇਨ ਹੈ ਉਹ ਅੱਗੇ ਦੋ ਕਾਰਬਨ ਦੇ ਨਾਲ ਅਟੈਚਡ ਹੈ, ਇਸ ਲਈ ਇਹ ਸੈਕੰਡਰੀ ਆ। ਅਗਰ ਇਹ ਵਾਲਾ ਹਾਈਡਰੋਜਨ ਆਪਣੇ ਇਲੈਕਟ੍ਰੋਨ ਦੇ ਨਾਲ ਇਸ ਕਾਰਬਨ ਦੇ ਉੱਤੇ ਸ਼ਿਫਟ ਕਰ ਜਾਂਦਾ ਹੈ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਹਾਈਡਰਾਈਡ ਸ਼ਿਫਟ। ਇਹਦਾ ਨਾਮ ਹੈ ਹਾਈਡਰਾਈਡ ਸ਼ਿਫਟ। ਇੱਦਾਂ ਕਿਉਂ ਹੋਇਆ? ਕਿਉਂਕਿ ਹਾਈਡਰਾਈਡ ਸ਼ਿਫਟ ਹੋਣ ਤੋਂ ਬਾਅਦ ਜੋ ਸਾਡੇ ਕੋਲ ਕਾਰਬੋਕਟਾਇਨ ਬਣਿਆ ਉਹ ਟਰਸ਼ਰੀ ਬਣ ਗਿਆ ਹੈ। ਦੇਖੋ ज़रा, तो बन गया CH2 CH3, इधर पॉजिटिव चार्ज आ जाएगा। तो हुण जिहड़ा कार्बोकटाइन बनया दैट इज़ 3 डिग्री कार्बोकटाइन, 3 डिग्री दैट इज टर्शरी कार्बोकटाइन विच इज़ मोर स्टेबल एज कंपेयर टू सेकेंडरी कार्बोकटाइन। तो जो प्रोडक्ट बनेगा वो टर्शरी के अकॉर्डिंगली ही ਬਣੇਗਾ, तो ਇਹਨੂੰ ਅਸੀਂ ਕਹਿੰਦੇ ਹਾਂ ਹਾਈਡਰਾਈਡ ਸ਼ਿਫਟ। ਇਸੇ ਤਰੀਕੇ ਨਾਲ ਅਗਰ ਇਸ ਹਾਈਡਰੋਜਨ ਦੀ ਜਗ੍ਹਾ 'ਤੇ ਮਿਥਾਈਲ ਗਰੁੱਪ ਹੁੰਦਾ, ਉਹ ਮਾਈਗ੍ਰੇਟ ਕਰਦਾ ਤਾਂ ਉਹਨੂੰ ਅਸੀਂ ਕਹਿਣਾ ਸੀ ਮਿਥਾਈਲ ਸ਼ਿਫਟ। ਇਹ ਫਰਕ ਹੈ। तो SN1 ਰਿਐਕਸ਼ਨ ਦੇ ਅੰਦਰ ਰੀਅਰੇਂਜਮੈਂਟ ਦੀ ਪੋਸੀਬਿਲਿਟੀ ਹੁੰਦੀ ਹੈ। ਹੁਣ ਅਸੀਂ ਡਿਸਕਸ ਕਰਾਂਗੇ ਫੈਕਟਰ ਅਫੈਕਟਿੰਗ SN1 ਰਿਐਕਸ਼ਨ, ਮਤਲਬ ਕਿਹੜੇ फैक्टर प्रभावित करते हैं SN1 रिएक्शनस नूं। पहला फैक्टर है स्ट्रक्चर ऑफ सबस्ट्रेट दी स्ट्रक्चर। दूसरा है
strength of nucleophile. Third is nature of leaving group. चौथा पॉइंट है the solvent in which the reaction take place. ਕਿਹੜੇ solvent ਦੇ ਵਿੱਚ ਰਿਐਕਸ਼ਨ ਦੀ। ਆਓ ਇਹਨਾਂ ਨੂੰ ਥੋੜਾ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਪੜਾਂਗੇ solvent ਦਾ ਕੀ ਇਫੈਕਟ ਹੁੰਦਾ ਹੈ। solvent ਜੋ ਅਸੀਂ ਐਡ ਕਰਦੇ ਹਾਂ, solvent ਜੋ ਹੈ ਉਹ ਕਾਰਬੋਕਟਾਈਨ ਤੇ ਲੀਵਿੰਗ ਗਰੁੱਪ ਨੂੰ ਦੋਨਾਂ ਨੂੰ ਡਿਜ਼ੋਲਵ ਕਰਦਾ ਹੋਣਾ ਚਾਹੀਦਾ ਹੈ। ਮੀਨਸ ਸੋਲਵੈਂਟ ਅਸੀਂ ਉਹ ਲੈਣਾ ਹੈ ਜਿਹੜਾ ਕਾਰਬੋਕਟਾਈਨ ਤੇ ਲੀਵਿੰਗ ਗਰੁੱਪ ਦੋਨਾਂ ਨੂੰ ਡਿਜ਼ੋਲਵ ਕਰ ਲਏ। ਇਹਦਾ ਮਤਲਬ ਇਹ ਆ ਕਿ SN1 ਰਿਐਕਸ਼ਨ ਦੇ ਅੰਦਰ ਜੋ ਕਾਰਬੋਕਟਾਈਨ ਚਾਹੀਦਾ ਸੋਲਵੈਂਟ ਚਾਹੀਦਾ ਹੈ ਉਹ ਹਾਈਲੀ ਪੋਲਰ ਸੋਲਵੈਂਟ ਹੋਣਾ ਚਾਹੀਦਾ। ਹਾਈਲੀ ਪੋਲਰ ਸੋਲਵੈਂਟ ਹੋਣਾ ਚਾਹੀਦਾ ਦੈਟ ਜਿਹੜਾ ਕਿ ਆਸਾਨੀ ਨਾਲ ਆਇਨਸ ਨੂੰ ਹਾਈਡਰੋਲਾਈਜ਼ ਕਰ ਲਏ। ਤੋ ਸਾਡੇ ਕੋਲ ਬਹੁਤ ਸਾਰੇ ਪੋਲਰ ਪ੍ਰੋਟਿਕ ਸੋਲਵੈਂਟ ਹਨ ਜਿਨ੍ਹਾਂ ਦੇ ਵਿੱਚ ਵਾਟਰ ਅਸੀਂ ਲੈ ਸਕਦੇ ਹਾਂ, ਅਲਕੋਹਲ ਲੈ ਸਕਦੇ ਹਾਂ, ਐਸੀਟੋਨ ਲਏ ਜਾ ਸਕਦੇ ਹਾਂ। ਤੋ ਇਹਨਾਂ ਸੋਲਵੈਂਟ ਦੇ ਵਿੱਚੋਂ ਕੋਈ ਵੀ ਸੋਲਵੈਂਟ ਲਿਆ ਜਾ ਸਕਦਾ SN1 ਰਿਐਕਸ਼ਨ ਕਰਵਾਉਣ ਲਈ। ਮੀਨਸ ਕਿ SN1 ਰਿਐਕਸ਼ਨਸ ਪੋਲਰ ਪ੍ਰੋਟਿਕ ਸੋਲਵੈਂਟ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀਆਂ ਨੇ। ਦੂਸਰਾ ਫੈਕਟਰ ਹੈ ਇਫੈਕਟ ਆਫ ਲੀਵਿੰਗ ਗਰੁੱਪ। ਤੇ ਸਾਡੇ ਕੋਲ ਅਲਕਾਈਲ ਹੈਲਾਈਡ ਦੇ ਵਿੱਚ ਜੋ ਲੀਵਿੰਗ ਗਰੁੱਪ ਹੁੰਦੇ ਹਨ ਉਹ ਹੈ ਸਭ ਤੋਂ ਵਧੀਆ ਜੋ ਹੈ ਉਹ ਆਇਓਡਾਈਡ, ਉਸ ਤੋਂ ਬਾਅਦ ਬਰੋਮਾਈਡਾਈਨ, ਦੈਨ ਕਲੋਰਾਈਡਾਈਨ, ਦੈਨ ਫਲੋਰਾਈਡਾਈਨ। ਤੋ ਜਿਹੜੇ ਹੈਲਾਈਡਾਈਨ ਹੁੰਦੇ ਹਨ ਉਹ ਵਧੀਆ ਲੀਵਿੰਗ ਗਰੁੱਪ ਹੁੰਦੇ ਹਨ ਅਤੇ ਸਭ ਤੋਂ ਵਧੀਆ ਲੀਵਿੰਗ ਗਰੁੱਪ ਕੌਣ ਹੈ? ਆਇਓਡਾਈਡਾਈਨ। ਤੋ ਆਈ ਨੈਗੇਟਿਵ ਜਿਹੜਾ ਵਧੀਆ ਲੀਵਿੰਗ ਗਰੁੱਪ ਆ, ਅਗਰ ਇਹ ਲੱਗਿਆ ਹੋਏਗਾ ਤਾਂ ਰਿਐਕਸ਼ਨ ਫਾਸਟ ਹੋਏਗੀ। ਤੋ ਲੀਵਿੰਗ ਗਰੁੱਪ ਦਾ ਕੀ ਰੋਲ ਹੈ ਇੱਥੇ ਦੇਖੋ। SN1 ਰਿਐਕਸ਼ਨ ਦੇ ਵਿੱਚ ਜੋ ਲੀਵਿੰਗ ਗਰੁੱਪ ਹੁੰਦਾ ਹੈ ਉਹ ਕੀ ਕਰਦਾ ਹੈ? ਇਟ ਪੋਲਰਾਈਜ਼ ਦਾ ਬੌਂਡ ਦੈਟ ਮੇਕ ਦਾ ਕਾਰਬਨ ਐਟਮ ਇਲੈਕਟ੍ਰੋਫਾਈਲ। ਇਹ ਆਸਾਨੀ ਨਾਲ ਲੀਵਿੰਗ ਗਰੁੱਪ ਰਿਐਕਸ਼ਨ ਨੂੰ ਈਜ਼ੀਲੀ ਹੋਣ ਦੇ ਵਿੱਚ ਹੈਲਪ ਕਰ ਰਿਹਾ। ਇਹ ਬੌਂਡ ਨੂੰ ਆਸਾਨੀ ਨਾਲ ਪੋਲਰਾਈਜ਼ ਕਰ ਦੇਗਾ ਜਿਹਦੇ ਕਰਕੇ ਬੌਂਡ ਈਜ਼ੀਲੀ ਬ੍ਰੇਕ ਕਰ ਜਾਏਗਾ ਅਤੇ ਜਲਦੀ ਦੇ ਨਾਲ ਕਾਰਬਨ ਦੇ ਉੱਤੇ ਪੋਜ਼ੀਟਿਵ ਚਾਰਜ ਆ ਜਾਏਗਾ। ਦੂਸਰਾ ਫੈਕਟਰ, ਇਹ ਜੋ ਹੈ ਲੀਵਿੰਗ ਗਰੁੱਪ ਜੋ ਹੁੰਦਾ ਹੈ ਉਹ ਆਪਣੇ ਨਾਲ ਪੇਅਰ ਆਫ ਇਲੈਕਟ੍ਰੋਨ ਬੌਂਡ ਦੇ ਜੋ ਪੇਅਰ ਆਫ ਇਲੈਕਟ੍ਰੋਨ ਆ ਉਹ ਨਾਲ ਲੈ ਜਾਂਦਾ ਹੈ ਜਿਹਦੇ ਕਰਕੇ ਇਲੈਕਟ੍ਰੋਫਿਲਿਕ ਕਾਰਬਨ ਮੀਨਸ ਕਾਰਬੋਕਟਾਈਨ ਬਣਨ ਦੀ ਪੋਸੀਬਿਲਿਟੀ ਵੱਧ ਜਾਂਦੀ ਹੈ। ਇਹਦਾ ਮਤਲਬ ਸਾਨੂੰ ਲੀਵਿੰਗ ਗਰੁੱਪ ਉਹ ਸਿਲੈਕਟ ਕਰਨਾ ਪਏਗਾ ਜਿਹੜਾ ਆਸਾਨੀ ਦੇ ਨਾਲ ਪੇਅਰ ਆਫ ਇਲੈਕਟ੍ਰੋਨ ਜਿਹੜਾ ਉਸ ਬੌਂਡ ਦੇ ਈਜ਼ੀਲੀ ਆਪਣੇ ਨਾਲ ਰਿਮੂਵ ਕਰ ਦੇ ਅਤੇ ਕਾਰਬੋਕਟਾਈਨ ਆਸਾਨੀ ਨਾਲ ਬਣਾ ਦੇ। ਅੱਗੇ ਪੜ੍ਹਦੇ ਹਾਂ ਸਟਰੈਂਥ ਆਫ ਨਿਊਕਲੀਓਫਾਈਲ। ਇਸ ਕੇਸ ਦੇ ਵਿੱਚ ਜੋ ਨਿਊਕਲੀਓਫਾਈਲ ਹੈ ਉਹ ਕੋਈ ਵੀ ਲਿਆ ਜਾ ਸਕਦਾ ਆ, ਵੀਕ ਵੀ ਲਿਆ ਜਾ ਸਕਦਾ, ਮੋਡਰੇਟ ਵੀ ਲਿਆ ਜਾ ਸਕਦਾ, ਸਟਰੋਂਗ ਵੀ ਲਿਆ ਜਾ ਸਕਦਾ। ਇਹਦਾ ਮਤਲਬ ਇਹ ਆ ਕਿ ਜੋ ਰੇਟ ਹੈ ਉਹ ਨਿਊਕਲੀਓਫਾਈਲ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਹੀ ਨਹੀਂ ਕਰ ਰਿਹਾ। ਇਹਦਾ ਮਤਲਬ ਕੋਈ ਵੀ ਨਿਊਕਲੀਓਫਾਈਲ ਇੱਥੇ ਲਿਆ ਜਾ ਸਕਦਾ, ਚਾਹੇ ਉਹ ਸਟਰੋਂਗ ਹੈ, ਚਾਹੇ ਉਹ ਵੀਕ ਹੈ, ਜਾਂ ਉਹ ਮੋਡਰੇਟ ਆ। ਨਿਊਕਲੀਓਫਾਈਲ ਦਾ ਕੋਈ ਅਸਰ ਨਹੀਂ ਹੁੰਦਾ ਨਿਊਕਲੀਓਫਾਈਲ ਦੀ ਸਟਰੈਂਥ ਦਾ ਰੇਟ ਆਫ ਰਿਐਕਸ਼ਨ ਦੇ ਉੱਤੇ। ਤੋ ਕਾਰਬੋਕਟਾਈਨ ਜੋ ਹੈ ਇਜ਼ ਮਚ ਸਟਰੋਂਗ ਇਲੈਕਟ੍ਰੋਫਾਈਲ ਦੈਟ ਐਨੀ ਨਿਊਕਲੀਓਫਾਈਲ ਵਿਲ ਡੂ। ਮਤਲਬ ਕੋਈ ਵੀ ਨਿਊਕਲੀਓਫਾਈਲ ਜੋ ਹੈ ਆਸਾਨੀ ਨਾਲ ਕਾਰਬੋਕਟਾਈਨ ਦੀ ਫਾਰਮੇਸ਼ਨ ਕਰ ਸਕਦਾ ਹੈ। SN1 ਰਿਐਕਸ਼ਨ ਜੋ ਹੁੰਦੀਆਂ ਜਨਰਲੀ ਐਗਜ਼ੋਥਰਮਿਕ ਹੁੰਦੀਆਂ। ਐਗਜ਼ੋਥਰਮਿਕ ਮੀਨਸ ਜਿਨ੍ਹਾਂ ਰਿਐਕਸ਼ਨ ਦੇ ਅੰਦਰ ਡੈਲਟਾ H ਦੀ ਵੈਲਿਊ ਨੈਗੇਟਿਵ ਹੋਵੇ, ਮੀਨਸ ਕਿ ਹੀਟ ਲਾਸ ਹੁੰਦੀ ਹੋਵੇ, ਲਾਸ ਆਫ ਹੀਟ। ਤੋ ਜੋ SN1 ਦੇ ਵਿੱਚ ਸਾਨੂੰ ਪਤਾ ਆ ਕਿ 2 ਸਟੈਪ ਹੁੰਦੇ ਨੇ। ਤੋ ਜੋ ਸਾਡੇ ਕੋਲ ਫਸਟ ਸਟੈਪ ਹੈ ਉਹਦੇ ਵਿੱਚ ਕਾਰਬੋਕਟਾਈਨ ਜਿਹੜਾ ਬਣਦਾ ਹੈ। ਤੋ ਕਾਰਬੋਕਟਾਈਨ ਜੋ ਬਣਦਾ ਹੈ ਇਸ ਦੇ ਵਿੱਚ ਜੋ ਇਹ ਵਾਲਾ ਸਟੈਪ ਹੈ ਉਹ ਐਂਡੋਥਰਮਿਕ ਹੁੰਦਾ ਹੈ ਕਿਉਂਕਿ ਇਹ ਰਿਐਕਸ਼ਨ ਜਿਹੜੀ ਆ ਫਸਟ ਸਟੈਪ ਜੋ ਹੈ ਰੇਟ ਡਿਟਰਮਿਨਿੰਗ ਸਟੈਪ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ, ਉਹ ਸਲੋ ਹੁੰਦਾ ਅਤੇ ਰੇਟ ਡਿਟਰਮਿਨਿੰਗ ਸਟੈਪ ਹੁੰਦਾ ਅਤੇ ਇਹਦੇ ਵਿੱਚ ਹੀਟ ਦੀ ਹਲਕੀ ਜਿਹੀ ਜ਼ਰੂਰਤ ਪੈਂਦੀ ਹੈ। ਬਟ ਜੋ ਸੈਕਿੰਡ ਸਟੈਪ ਹੈ
ਉਹਦੇ ਵਿੱਚ ਅਟੈਕ ਆਫ ਨਿਊਕਲੀਓਫਾਈਲ ਹੁੰਦਾ ਹੈ ਅਤੇ ਬਹੁਤ ਹੀ ਫਾਸਟ ਹੁੰਦਾ ਰਿਐਕਸ਼ਨ, ਅਤੇ ਓਵਰਆਲ ਜਿਹੜੀ ਰਿਐਕਸ਼ਨ ਆ ਉਹ ਐਗਜ਼ੋਥਰਮਿਕ ਹੋਏਗੀ, ਹੀਟ ਲਾਸ ਹੋਏਗੀ ਉਹਦੇ ਅੰਦਰ। ਤੋ ਆਓ ਅਸੀਂ ਅੱਗੇ ਡਿਸਕਸ ਕਰਦੇ ਹਾਂ ਸਮਰੀ, ਕਿ ਜਿੰਨਾ ਕੁ ਅਸੀਂ ਪੜ੍ਹਿਆ ਹੈ SN1 ਰਿਐਕਸ਼ਨ ਬਾਰੇ, ਉਹਦੇ ਵਿੱਚ ਕੀ ਕੀ ਪੁਆਇੰਟ ਪੜ੍ਹੇ ਨੇ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਹੈ ਕਿ ਜੋ SN1 ਰਿਐਕਸ਼ਨ ਹੁੰਦੀਆਂ ਨੇ ਉਹਦੇ ਵਿੱਚ ਕਾਰਬੋਕਟਾਈਨ ਦੀ ਫਾਰਮੇਸ਼ਨ ਹੁੰਦੀ ਹੈ। ਤੋ ਅਗਰ ਅਸੀਂ ਕਾਰਬੋਕਟਾਈਨ ਦਾ ਆਰਡਰ ਦੇਖਦੇ ਹਾਂ, ਉਹਨਾਂ ਦੀ ਰੈਲੇਟਿਵ ਸਟਰੈਂਥ ਦੇਖਦੇ ਹਾਂ ਜਾਂ ਰੈਲੇਟਿਵ ਰੇਟ ਦੇਖਦੇ ਹਾਂ, SN1 ਦੇ ਵਿੱਚ ਟਰਸ਼ਰੀ ਕਾਰਬੋਕਟਾਈਨ ਮੋਸਟ ਸਟੇਬਲ ਹੋਏਗਾ ਸੈਕੰਡਰੀ ਕਾਰਬੋਕਟਾਈਨ ਦੇ ਨਾਲੋਂ, ਦੈਨ ਪ੍ਰਾਇਮਰੀ ਕਾਰਬੋਕਟਾਈਨ ਦੇ ਨਾਲੋਂ, ਦੈਨ ਮਿਥਾਈਲ ਕਾਰਬੋਕਟਾਈਨ ਦੇ ਨਾਲ। ਅਤੇ ਉਸ ਤੋਂ ਬਾਅਦ ਸਾਡੇ ਕੋਲ ਜੋ ਨਿਊਕਲੀਓਫਾਈਲ ਚਾਹੀਦਾ ਹੈ ਉਹ ਵੀਕ ਵੀ ਚੱਲ ਸਕਦਾ ਆ, ਮੋਡਰੇਟ ਵੀ ਹੋਵੇ, ਮਤਲਬ ਨਿਊਕਲੀਓਫਾਈਲ ਦੀ ਸਟਰੈਂਥ ਦਾ ਕੋਈ ਵੀ ਅਸਰ ਮਤਲਬ ਪ੍ਰਭਾਵ ਨਹੀਂ ਹੁੰਦਾ SN1 ਰਿਐਕਸ਼ਨ ਦੇ ਉੱਤੇ, ਬਿਕੋਜ਼ ਜਿਹੜਾ ਰੇਟ ਆ ਸਿਰਫ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰਦਾ ਹੈ। ਲੀਵਿੰਗ ਗਰੁੱਪ ਜੋ ਹੋਣਾ ਚਾਹੀਦਾ ਉਹ ਵਧੀਆ ਹੋਣਾ ਚਾਹੀਦਾ ਹੈ ਤਾਂ ਕਿ ਰਿਐਕਸ਼ਨ ਜਲਦੀ ਹੋ ਸਕੇ। ਅਤੇ ਇਹਦੇ ਵਾਸਤੇ SN1 ਰਿਐਕਸ਼ਨ ਵਾਸਤੇ ਪੋਲਰ ਪ੍ਰੋਟਿਕ ਸੋਲਵੈਂਟ ਦੀ ਜ਼ਰੂਰਤ ਹੁੰਦੀ ਹੈ। ਪੋਲਰ ਮੀਨਸ ਜੋ ਪੋਲਰਾਈਜ਼ ਹੋਵੇ, ਈਜ਼ੀਲੀ H ਪੋਜ਼ੀਟਿਵ ਡੋਨੇਟ ਕਰਦਾ ਹੋਵੇ, ਪ੍ਰੋਟਿਕ ਮੀਨਸ H ਪੋਜ਼ੀਟਿਵ ਡੋਨੇਟ ਕਰਨ ਵਾਲਾ, ਉਹ ਰਿਐਕਸ਼ਨ ਨੂੰ ਜਲਦੀ ਕਰਨ ਦੇ ਵਿੱਚ ਹੈਲਪ ਕਰੇਗਾ। ਉਸ ਤੋਂ ਬਾਅਦ ਹੈ ਜੋ SN1 ਰਿਐਕਸ਼ਨ ਹੁੰਦੀਆਂ ਨੇ ਉਸ ਦੇ ਵਿੱਚ ਰੈਸਮਾਈਜੇਸ਼ਨ ਹੋਏਗੀ, ਮਤਲਬ ਦੋ ਤਰੀਕੇ ਦੇ ਪ੍ਰੋਡਕਟ ਬਣਨਗੇ, ਆਈਦਰ ਬਾਈ ਅਟੈਕ ਫਰੋਮ ਦਾ ਟੋਪ ਔਰ ਫਰੋਮ ਬੋਟਮ, ਦੋਨੋਂ ਤਰ੍ਹਾਂ ਦੇ ਪ੍ਰੋਡਕਟ ਬਣਨਗੇ। ਤੋ ਇਹ ਸੀ ਸਾਡੇ ਕੋਲ SN1 ਰਿਐਕਸ਼ਨ। ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਏਗੀ। ਹੁਣ ਅਸੀਂ ਪੜ੍ਹਾਂਗੇ SN2 ਰਿਐਕਸ਼ਨ, ਉਹਦੇ ਵਿੱਚ ਇਹ ਵਾਲੇ ਟੌਪਿਕ ਅਸੀਂ ਪੜ੍ਹਾਂਗੇ, ਜਿਵੇਂ ਕਿ SN2 ਰਿਐਕਸ਼ਨਸ ਕੀ ਹੁੰਦੀਆਂ ਨੇ, ਕਾਇਨੈਟਿਕ, ਸਟੀਰੀਓਕੈਮਿਸਟਰੀ, ਫੈਕਟਰ, ਐਕਸੈਟਰਾ। ਤੋ ਆਓ ਅਸੀਂ SN2 ਰਿਐਕਸ਼ਨ ਬਾਰੇ ਪੜ੍ਹਦੇ ਹਾਂ। ਜੋ SN2 ਰਿਐਕਸ਼ਨ ਹੈ ਜਨਰਲੀ ਉਹ ਵਾਲੀਆਂ ਰਿਐਕਸ਼ਨਾਂ ਜਿਨ੍ਹਾਂ ਦੇ ਵਿੱਚ ਰੇਟ ਜੋ ਹੁੰਦਾ ਹੈ ਉਹ ਅਲਕਾਈਲ ਹੈਲਾਈਡ ਅਤੇ ਨਿਊਕਲੀਓਫਾਈਲ ਦੋਨਾਂ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰਦਾ ਹੈ, ਇਸ ਲਈ ਉਹਦਾ ਨਾਮ ਆਇਆ SN2 ਰਿਐਕਸ਼ਨ। ਤੋ ਇੱਥੇ S ਦਾ ਮਤਲਬ ਸਬਸਟੀਟਿਊਸ਼ਨ ਹੈ, N ਦਾ ਮਤਲਬ ਨਿਊਕਲੀਓਫਿਲਿਕ ਹੈ, ਅਤੇ 2 ਦਾ ਮਤਲਬ ਹੈ ਬਾਈ ਮੋਲੀਕੂਲਰ ਰਿਐਕਸ਼ਨ। ਤੋ ਬਾਈ ਮੋਲੀਕੂਲ ਦਾ ਇੱਥੇ ਮਤਲਬ ਇਹੀ ਆ ਕਿ ਜੋ ਰੇਟ ਹੈ ਰਿਐਕਸ਼ਨ ਦਾ, SN2 ਰਿਐਕਸ਼ਨ ਦਾ, ਉਹ ਡਿਪੈਂਡ ਕਿਹਦੇ ਉੱਤੇ ਕਰੇਗਾ, ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ 'ਤੇ ਵੀ ਡਿਪੈਂਡ ਕਰੇਗਾ ਅਤੇ ਨਿਊਕਲੀਓਫਾਈਲ ਦੋਨਾਂ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰੇਗਾ। ਤੋ ਐਗਜ਼ਾਮਪਲ ਦੇ ਤੌਰ 'ਤੇ ਸਾਡੇ ਕੋਲ ਕੋਈ ਵੀ ਅਲਕਾਈਲ ਹੈਲਾਈਡ ਅਸੀਂ ਲਿਆ ਹੈ, ਜਿਵੇਂ ਕਿ ਬ੍ਰੋਮੋਮੀਥੇਨ ਲਿਆ, ਇਹਦੇ ਉੱਤੇ ਨਿਊਕਲੀਓਫਾਈਲ ਅਟੈਕ ਕਰੇਗਾ, ਤੋ ਲੀਵਿੰਗ ਗਰੁੱਪ ਜੋ ਹੈ ਇੱਥੇ ਲੀਵ ਕਰ ਜਾਏਗਾ ਅਤੇ ਉਹਦੀ ਜਗ੍ਹਾ ਦੇ ਉੱਤੇ ਕੌਣ ਆ ਕੇ ਲੱਗ ਜਾਏਗਾ, ਨਿਊਕਲੀਓਫਾਈਲ ਆ ਕੇ ਲੱਗ ਜਾਏਗਾ ਅਤੇ ਸਾਨੂੰ ਪ੍ਰੋਡਕਟ ਮਿਲ ਜਾਏਗਾ। ਤੋ ਇੱਥੇ K ਦਾ ਮਤਲਬ ਹੈ ਰੇਟ ਕਾਂਸਟੈਂਟ। ਤੋ ਜਿਵੇਂ ਕਿ ਪਹਿਲਾਂ ਗੱਲ ਕੀਤੀ ਆ ਕਿ ਇਹ ਸੈਕਿੰਡ ਆਰਡਰ ਰਿਐਕਸ਼ਨ ਨੂੰ ਫੋਲੋ ਕਰਦੇ, ਸੈਕਿੰਡ ਆਰਡਰ ਕਾਇਨੈਟਿਕ ਨੂੰ ਫੋਲੋ ਕਰਦੇ ਆ, ਅਤੇ ਸੈਕਿੰਡ ਆਰਡਰ ਰਿਐਕਸ਼ਨ ਹੁੰਦੀ ਹੈ SN2 ਰਿਐਕਸ਼ਨ, ਕਿਉਂਕਿ ਰੇਟ ਜੋ ਹੈ ਅਲਕਾਈਲ ਹੈਲਾਈਡ ਅਤੇ ਨਿਊਕਲੀਓਫਾਈਲ ਦੋਨਾਂ ਦੀ ਕੰਸਨਟ੍ਰੇਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ। ਅੱਗੇ ਅਸੀਂ ਪੜ੍ਹਾਂਗੇ ਮੈਕੈਨਿਜ਼ਮ ਆਫ SN2 ਰਿਐਕਸ਼ਨ। ਜੋ SN2 ਰਿਐਕਸ਼ਨ ਹੈ ਉਹ ਇੱਕ ਸਟੈਪ ਦੇ ਵਿੱਚ ਹੀ ਹੋਏਗੀ। ਇੱਕ ਸਟੈਪ ਦਾ ਮਤਲਬ ਹੈ ਨਿਊਕਲੀਓਫਾਈਲ ਜਿਵੇਂ ਹੀ ਇਸ ਕਾਰਬਨ ਦੇ ਉੱਤੇ ਅਟੈਕ ਕਰਦਾ ਹੈ ਅਤੇ ਨਾਲ ਦੀ ਨਾਲ ਲੀਵਿੰਗ ਗਰੁੱਪ ਲੀਵ ਕਰਨਾ ਸਟਾਰਟ ਕਰ ਦੇਗਾ, ਲੀਵਿੰਗ ਗਰੁੱਪ ਲੀਵ ਕਰ ਜਾਏਗਾ, ਨਿਊਕਲੀਓਫਾਈਲ ਉਹਨੂੰ ਅਟੈਕ ਕਰ ਦੇਗਾ। ਠੀਕ ਹੈ ਜੀ। ਦ ਬੌਂਡ ਇਜ਼ ਬਰੋਕਨ ਐਜ਼ ਦਿਸ ਬੌਂਡ ਇਜ਼ ਫॉर्म। ਇਹਦਾ ਮਤਲਬ ਹੈ ਜਿਵੇਂ ਹੀ ਕਾਰਬਨ ਅਤੇ ਹਾਈਡਰੋਜਨ ਜੋ ਹੈਲੋਜਨ ਦਾ ਬੌਂਡ ਟੁੱਟਣਾ ਸ਼ੁਰੂ ਹੁੰਦਾ, ਨਾਲ ਹੀ ਬੌਂਡ ਇਹਦਾ ਬਣਨਾ ਸ਼ੁਰੂ ਹੋ ਜਾਏਗਾ। ਨਿਊਕਲੀਓਫਾਈਲ ਕਾਰਬਨ ਦੇ ਨਾਲ ਬੌਂਡ ਬਣਾਉਣਾ ਸ਼ੁਰੂ ਕਰ ਦੇਗਾ ਅਤੇ ਜੋ ਸਾਡੇ ਕੋਲ ਕਾਰਬਨ ਅਤੇ ਹੈਲੋਜਨ ਵਾਲਾ ਬੌਂਡ ਆ ਉਹ ਟੁੱਟਣਾ ਸ਼ੁਰੂ ਕਰ ਦੇਗਾ। ਅਤੇ ਇਸ ਕੇਸ ਦੇ ਵਿੱਚ ਸੈਕਿੰਡ ਆਰਡਰ ਰਿਐਕਸ਼ਨ ਹੋਏਗੀ। ਤਾਂ ਇਸ ਲਈ ਇਸ ਰਿਐਕਸ਼ਨ ਦਾ ਨਾਮ ਹੈ ਬਾਈ ਮੋਲੀਕੂਲਰ ਰਿਐਕਸ਼ਨ, ਬਿਕੋਜ਼ ਰੇਟ ਜਿਹੜਾ ਦੋਨਾਂ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰਿਆ, ਦੈਟ ਇਜ਼ ਅਲਕਾਈਲ ਹੈਲਾਈਡ ਅਤੇ ਨਿਊਕਲੀਓਫਾਈਲ, ਅਤੇ ਸੈਕਿੰਡ ਆਰਡਰ ਰਿਐਕਸ਼ਨ ਹੋਏਗੀ।
ये एक होर एग्जाम्पल दी गई है कि जिहदे विच सबस्टेट असी लिया होया तो उहदे उत्ते न्यूक्लियोफाइल अटैक कर रहा है तो साडे कोल प्रोडक्ट बनता है। तो वन स्टैप मैकेनिज़म इत्थे शो हो रहा है। तो ये असी मैकेनिज़म डिस्कस कर रहे हैं। जिमें देखो मैकेनिज़म दे विच इस दे विच एक इंपॉर्टेंट चीज़ ये है कि जिमें ही न्यूक्लियोफाइल सबस्ट्रेट के उत्ते अटैक करेगा, अल्काइल हैलाइड के उत्ते अटैक करेगा, जो है न्यूक्लियोफाइल का बॉन्ड कार्बन इस कार्बन के नाल बनना स्टार्ट हो जाएगा तो जो लीविंग ग्रुप है उसका बॉन्ड टुटना शुरू हो जाएगा। ये जो स्टेज है उसका नाम है ट्रांजिशन स्टेट। दिस मीनस कि SN2 रिएक्शन के अंदर ट्रांजिशन स्टेट की फॉर्मेशन होएगी। जिमें कि असी SN1 दे विच पढ़िया सी कि कार्बोकटाइन बनता तो इस केस दे विच ट्रांजिशन स्टेट बनती हुंदी है तो वन स्टैप मैकेनिज़म हुंदा है। वन स्टैप मैकेनिज़म, वन स्टैप मैकेनिज़म फॉलो हुंदा है। स्टीरियोकैमिस्ट्री डिस्कस करते हाँ SN2 रिएक्शन की। इस केस दे विच की होएगा, जो न्यूक्लियोफाइल होएगा वो अल्काइल हैलाइड के उत्ते बैक साइड तो अटैक करेगा, क्योंकि दूसरी साइड के उत्ते ऑलरेडी एक लीविंग ग्रुप लग्या होया जिहड़ा इलैक्ट्रॉन रिच है। इसलिए फ्रंट साइड अटैक इत्थे पॉसीबल नहीं हैगा। तो न्यूक्लियोफाइल को इको एक पॉसीबिलिटी है कि वह बैक साइड तो ही अटैक करेगा। इसका मतलब ये आ कि जिस साइड तो लीविंग ग्रुप लीव करता है उसकी ओपोजिट साइड तो ही जो न्यूक्लियोफाइल आ वो अटैक करता हुंदा SN2 रिएक्शन के अंदर। तो इस केस दे विच हमेशा जो प्रोडक्ट बनता है वो इनवर्टड प्रोडक्ट बनेगा, हमेशा इनवर्टड प्रोडक्ट बनेगा। तो यदा मतलब इनू आपां जो साडे कोल प्रोडक्ट होएगा उहदे विच इनवर्जन ऑफ कॉन्फिगरेशन वाला कंसैप्ट फॉलो होएगा। इनवर्जन ऑफ कॉन्फिगरेशन मीनस कि जिस साइड तो लीविंग ग्रुप लीव किया उहदी बिल्कुल ओपोजिट साइड पर आके न्यूक्लियोफाइल लगेगा, इनवर्टड प्रोडक्ट बनेगा SN2 रिएक्शन के अंदर। तो ये भी स्टीरियोकैमिस्ट्री दिखाई गई है। इस दे विच जो कार्बन है जिस दे नाल हैलोजन अटैच है, दिस कार्बन इज़ sp3 हाइब्रिडाइज्ड। इस दे उत्ते न्यूक्लियोफाइल का अटैक होएगा। जिमें ही अटैक होया तो साडे कोल ट्रांजिशन स्टेट की फॉर्मेशन हो गई। मीनस कि ये वाला बॉन्ड जिहड़ा वो बनना शुरू हो जाएगा, ये वाला बॉन्ड ब्रेक करना स्टार्ट हो जाएगा तो एट द एंड साडे कोल प्रोडक्ट की फॉर्मेशन हो जाएगी तो ये लीविंग ग्रुप लीव कर जाएगा। ये लीविंग ग्रुप के तौर पर लीव करेगा। तो ये की होएगी इनवर्जन ऑफ कॉन्फिगरेशन जिहड़ी कि असी पहला भी डिस्कस कर चुके हैं। आओ असी हुण डिस्कस करते हाँ फैक्टर अफैक्टिंग SN2 रिएक्शन। SN2 रिएक्शन दे विच जो पहला फैक्टर है वो है स्ट्रक्चर ऑफ सबस्ट्रेट। सबस्ट्रेट की स्ट्रक्चर के उत्ते किवें डिपेंड करेगी SN2 रिएक्शन। तो इस केस दे विच जो सबस्ट्रेट आ वो लैस बल्कि होना चाहिए है, क्योंकि जो अटैक हो रहा है वो किधरों हो रहा है, बैक साइड तो अटैक हो रहा है बिकॉज दूसरी साइड पर लीविंग ग्रुप ने लीव करना होंदा। तो यदा मतलब अटैक उदों ही पॉसीबल होएगा जदों साडे कोल जो अल्काइल हैलाइड आ वो लैस बल्कि होएगा। तो नाल दी नाल सबस्टेट इदां दा होना चाहिए जिहड़ा कि जिहदे विच कि ट्रांजिशन स्टेट स्टेबल बने, स्टेबल बननी चाहिए है ट्रांजिशन स्टेट। तो वो किवें दा होना चाहिए, अगे अगली वाली स्लाइड दे विच पढ़ते हैं। देखो इसका मतलब ये आ कि इस केस दे विच जो साडे कोल ऑर्डर ऑफ रिएक्टिविटी आएगा अल्काइल हैलाइड का वो आएगा मिथाइल हैलाइड, दैन प्राइमरी, सैकेंडरी, टर्शरी। तो सब तो ज़्यादा रिएक्टिव कौन होएगा, मिथाइल हैलाइड होएगा। उस तो बाद प्राइमरी हैलाइड, दैन सैकेंडरी, दैन टर्शरी हैलाइड होंगे। मीनस के जो टर्शरी अल्काइल हैलाइड होंगे वो की होंगे लीस्ट रिएक्टिव होंगे इस केस दे विच।
ਉਹ ਆਸਾਨੀ ਨਾਲ ਰਿਐਕਟ ਨਹੀਂ ਕਰਨਗੇ, ਬਿਕੋਜ਼ ਇਸ ਦੇ ਵਿੱਚ ਬੈਕ ਸਾਈਡ ਅਟੈਕ ਹੋਏਗਾ ਨਿਊਕਲੀਓਫਾਈਲ ਦਾ, ਜਿਹੜਾ ਕਿ ਇਹਨਾਂ ਦੇ ਅੰਦਰ ਹਿੰਡਰੈਂਸ ਕਾਜ਼ ਕਰੇਗਾ, ਸਟੇਰਿਕ ਹਿੰਡਰੈਂਸ ਕਾਜ਼ ਕਰੇਗਾ। ਜੋ ਨਿਊਕਲੀਓਫਾਈਲ ਦਾ ਅਟੈਕ ਹੋਏਗਾ ਉਹ ਟਰਸ਼ਰੀ ਦੇ ਕੇਸ ਵਿੱਚ ਆਸਾਨੀ ਨਾਲ ਨਹੀਂ ਹੋ ਪਾਏਗਾ, ਬਿਕੋਜ਼ ਇਸ ਦੇ ਅੰਦਰ ਸਟੈਰਿਕ ਹਿੰਡਰੈਂਸ ਆਉਣਗੀਆਂ, ਰੁਕਾਵਟ ਆਏਗੀ ਐਜ਼ ਕੰਪੇਅਰ ਟੂ ਸੈਕੰਡਰੀ, ਪ੍ਰਾਇਮਰੀ ਐਂਡ ਮਿਥਾਈਲ ਹੈਲਾਈਡ। ਤੋਂ ਮਿਥਾਈਲ ਹੈਲਾਈਡ ਦੇ ਕੇਸ ਵਿੱਚ ਸਭ ਤੋਂ ਆਸਾਨੀ ਨਾਲ ਸਾਡੇ ਕੋਲ SN2 ਰਿਐਕਸ਼ਨ ਹੋਏਗੀ। ਅਗਲਾ ਫੈਕਟਰ ਹੈ ਇਫੈਕਟ ਆਫ ਨਿਊਕਲੀਓਫਾਈਲ। ਇੱਥੇ ਨਿਊਕਲੀਓਫਾਈਲ ਦਾ ਪ੍ਰਭਾਵ ਪਏਗਾ, ਕਿਉਂਕਿ ਅਸੀਂ ਪੜ੍ਹਿਆ ਹੈ ਕਿ ਜੋ ਰੇਟ ਹੈ SN2 ਦਾ, ਇਹ ਕਿਹਦੇ ਉੱਤੇ ਡਿਪੈਂਡ ਕਰ ਰਿਹਾ, ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਦੇ ਉੱਤੇ ਵੀ ਡਿਪੈਂਡ ਕਰ ਰਿਹਾ ਆ, ਅਤੇ ਨਾਲ ਦੀ ਨਾਲ ਨਿਊਕਲੀਓਫਾਈਲ ਦੀ ਕੰਸਨਟ੍ਰੇਸ਼ਨ ਦੇ ਉੱਤੇ ਵੀ ਇਹ ਡਿਪੈਂਡ ਕਰ ਰਿਹਾ। ਇਸ ਕਰਕੇ ਸਾਨੂੰ ਜੋ ਨਿਊਕਲੀਓਫਾਈਲ ਚਾਹੀਦਾ ਹੈ ਉਹ ਕੀ ਹੋਣਾ ਚਾਹੀਦਾ, ਇਸ ਤਰੀਕੇ ਦਾ ਨਾ ਹੋਣਾ ਚਾਹੀਦਾ ਜਿਹੜਾ ਕਿ ਆਸਾਨੀ ਨਾਲ ਇਲੈਕਟ੍ਰੋਨ ਪੇਅਰ ਜਿਹੜਾ ਉਹ ਡੋਨੇਟ ਕਰੇ। ਸਟਰੋਂਗ ਨਿਊਕਲੀਓਫਾਈਲ ਜੋ ਹੈ ਇਸ ਕੇਸ ਦੇ ਵਿੱਚ ਰਿਕੁਆਇਰਡ ਹੈ। ਤੋ ਇੱਥੇ ਕੀ ਚਾਹੀਦਾ ਆ, ਸਟਰੋਂਗ ਨਿਊਕਲੀਓਫਾਈਲ ਇਜ਼ ਰਿਕੁਆਇਰਡ in case of SN2 ਰਿਐਕਸ਼ਨ। ਤੋ ਆਓ ਅਸੀਂ ਦੇਖਦੇ ਹਾਂ ਕਿ ਨਿਊਕਲੀਓਫਾਈਲ ਦੀ ਸਟਰੈਂਥ ਕਿਵੇਂ ਆ। ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲ ਇਹ ਹੈ I ਨੈਗੇਟਿਵ, BR ਨੈਗੇਟਿਵ, CL ਨੈਗੇਟਿਵ, F ਨੈਗੇਟਿਵ। ਇਹ ਆਪਾਂ ਲੀਵਿੰਗ ਗਰੁੱਪ ਕਹਿ ਸਕਦੇ ਹਾਂ ਕਿ ਵਧੀਆ ਤਰੀਕੇ ਨਾਲ ਲੀਵ ਕਰ ਸਕਦੇ ਆ, ਠੀਕ ਹੈ। ਦ ਸਾਈਜ਼ ਐਂਡ ਦੇਖੋ ਇਹਨਾਂ ਨੂੰ ਵੀ ਅਸੀਂ ਐਜ਼ ਏ ਨਿਊਕਲੀਓਫਾਈਲ ਵੀ ਲੈ ਸਕਦੇ ਹਾਂ। ਦੇਖੋ ਕਿਵੇਂ ਲੈ ਸਕਦੇ ਹਾਂ ਕਿ ਜਿਵੇਂ ਸਾਈਜ਼ ਦੇ ਹਿਸਾਬ ਨਾਲ ਜਾਂ ਪੋਲਰਾਈਜ਼ੇਬਿਲਟੀ ਦੇ ਹਿਸਾਬ ਨਾਲ, ਕਿਉਂਕਿ ਇਹਨਾਂ ਦੀ ਜਿਹੜੀ ਪੋਲਰਾਈਜ਼ੇਬਿਲਟੀ ਸਭ ਤੋਂ ਜ਼ਿਆਦਾ ਕਿਹਦੀ ਹੈ, ਇਹ ਸਭ ਤੋਂ ਆਸਾਨੀ ਨਾਲ ਪੋਲਰਾਈਜ਼ ਹੋ ਜਾਏਗਾ, ਪੋਲਰਾਈਜ਼ ਕਰ ਦੇਗਾ, ਅਤੇ ਉਹਦੇ ਨਾਲ ਕੀ ਹੈ ਈਜ਼ਲੀ ਜਿਹੜਾ ਹੈ ਉਹ ਪ੍ਰੋਡਕਟ ਦੀ ਫਾਰਮੇਸ਼ਨ ਹੋ ਜਾਏਗੀ। ਦੂਸਰਾ ਸਾਡੇ ਕੋਲ ਦੂਸਰਾ ਆਰਡਰ ਇਹ ਹੈ ਕਿ ਉਹਦੇ ਵਿੱਚ ਅਸੀਂ OH ਨੈਗੇਟਿਵ ਲੈ ਸਕਦੇ ਹਾਂ ਐਜ਼ ਏ ਨਿਊਕਲੀਓਫਾਈਲ, ਵਾਟਰ, NH2 ਨੈਗੇਟਿਵ, ਅਮੋਨੀਆ ਜੋ ਹੈ ਇਹ ਲਏ ਜਾ ਸਕਦੇ ਹਨ। ਮੀਨਸ ਕਿ ਸਾਨੂੰ ਜੋ ਨਿਊਕਲੀਓਫਾਈਲ ਚਾਹੀਦਾ ਉਹ ਸਟਰੋਂਗ ਚਾਹੀਦਾ ਹੈ। ਤਾਂ ਇਸ ਟੇਬਲ ਦੇ ਅੰਦਰ ਅਸੀਂ ਸਟਰੈਂਥ ਨੂੰ ਕੰਪੇਅਰ ਕਰ ਸਕਦੇ ਹਾਂ। ਜੋ ਸਾਡੇ ਕੋਲ ਸਟਰੋਂਗ ਨਿਊਕਲੀਓਫਾਈਲ ਹੋਣਗੇ ਉਹ ਕਿਹੜੇ ਹੋਣਗੇ, ਇਹ ਸਾਰੇ ਸਟਰੋਂਗ ਨਿਊਕਲੀਓਫਾਈਲ ਦੀਆਂ ਕੈਟਾਗਰੀ ਦੇ ਅੰਦਰ ਆਉਂਦੇ ਨੇ। ਤੁਸੀਂ ਇਹਨੂੰ ਰਿਵਾਈਜ਼ ਕਰ ਸਕਦੇ ਹੋ, ਠੀਕ ਹੈ। तो ये वाली जी कैटेगरी है ये मॉडरेट न्यूक्लियोफाइल आ। तो जो नीचे है जो है वो की है वीक न्यूक्लियोफाइल दसे गए दिखाए गए हैं। इन्हों का तुसी कंपैरिजन कर सकते हो कि न्यूक्लियोफिलिसिटी जो है इन्हों की अच्छी होंगी है स्ट्रोंग न्यूक्लियोफाइल की, ये वधिया SN2 रिएक्शन देणगे। तो जिन्ना ज़्यादा स्ट्रोंगर न्यूक्लियोफाइल होएगा वो ज़्यादा ईजली ज़्यादा फास्ट रिएक्ट करेगा तो SN2 का रेट उन्ना ही ज़्यादा होएगा। उस तो बाद है इफेक्ट ऑफ लीविंग ग्रुप। अगेन जो लीविंग ग्रुप होना चाहिए वो एक वधिया स्टेबल अनाइन बनाता होना चाहिए है, आसानी दे नाल वो इत्थों लीव करना चाहिए। इदां दा लीविंग ग्रुप लेना जिहड़ा कि लीव करन तो बाद स्टेबल अनाइन दी फॉर्मेशन कर दे, तो उस दे नाल ही वीक बेस भी होना चाहिए है। स्टेबल अनाइन दी फॉर्मेशन करता होवे ते नाल वीक बेस होवे जिहड़ा कि विच कैन डीलोकेलाइज द चार्ज, आसानी नाल चार्ज नू डीलोकेलाइज कर ले। तो लीविंग ग्रुप वधिया होना चाहिए। तो लीविंग ग्रुप का ऑर्डर असी ऑलरेडी पढ़ चुके हैं। ये भी लीविंग ग्रुप होंगे I नैगेटिव सब तो बेस्ट लीविंग ग्रुप है, दैन BR नैगेटिव, दैन साढ़े कोल CL नैगेटिव, क्लोराइड आयन, दैन फ्लोराइड आयन। सब तो बेस्ट लीविंग ग्रुप कौन है, आयोडाइड आयन। इफेक्ट ऑफ सॉल्वेंट। तो इस केस दे विच जो सानू सॉल्वेंट चाहिए है वो की चाहिए, ए प्रोटिक सॉल्वेंट होना चाहिए, क्योंकि जो पोलर प्रोटिक सॉल्वेंट होणगे वो रिड्यूस कर देणगे स्ट्रेंथ ऑफ न्यूक्लियोफाइल। जो पोलर प्रोटिक सॉल्वेंट होणगे वो SN1 की जो रिएक्शन है उसनू स्लो कर देणगे। तो उस वास्ते सानू की चाहिए है, ए प्रोटिक सॉल्वेंट की जरूरत होंदी है। पोलर ए प्रोटिक सॉल्वेंट रिक्वायर्ड होंदा है। तो इन्हां वास्ते सानू पोलर ए प्रोटिक सॉल्वेंट की
ਜ਼ਰੂਰਤ ਹੈ, ਜਿਵੇਂ ਕਿ ਅਸੀਂ ਐਸਟੋਨਾਈਟ੍ਰਾਈਲ, DMF, ਐਸੀਟੋਨ, these are the some solvent which are aprotic solvent, polar aprotic solvent। तो इस केस ਦੇ ਵਿੱਚ aprotic solvent ਦੀ ਜ਼ਰੂਰਤ ਹੁੰਦੀ ਹੈ। तो ਐਟ ਦਾ ਐਂਡ ਆਓ ਅਸੀਂ ਹੁਣ ਡਿਸਕਸ ਕਰਦੇ ਹਾਂ ਕੰਪੈਰੀਜ਼ਨ SN1 ਅਤੇ SN2 ਦੇ ਵਿੱਚ ਜੋ ਚੀਜ਼ਾਂ ਅਸੀਂ ਪੜ੍ਹੀਆਂ ਉਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ। ਸਭ ਤੋਂ ਪਹਿਲਾਂ SN2 ਦੇ ਵਿੱਚ ਦੇਖਦੇ ਹਾਂ। SN2 ਦੇ ਰਿਐਕਸ਼ਨ ਦੇ ਅੰਦਰ ਜੋ ਸਾਡੇ ਕੋਲ ਰੇਟ ਹੋਏਗਾ, ਰੇਟ ਆਰਡਰ ਆਫ ਰਿਐਕਟੀਵਿਟੀ ਹੋਏਗਾ, ਉਹ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਅਲਕਾਈਲ ਹੈਲਾਈਡ। ਜੋ ਸਾਡੇ ਕੋਲ SN1 ਰਿਐਕਸ਼ਨ ਆ ਉਹਦੇ ਵਿੱਚ ਆਰਡਰ ਆਫ ਰਿਐਕਟੀਵਿਟੀ ਹੋਏਗਾ 3 ਡਿਗਰੀ, 2 ਡਿਗਰੀ ਐਂਡ 1 ਡਿਗਰੀ। ਮੀਨਸ ਕਿ ਜੋ 3 ਡਿਗਰੀ ਅਲਕਾਈਲ ਹੈਲਾਈਡ ਆ, ਟਰਸ਼ਰੀ ਕਾਰਬੋਕਟਾਈਨ ਆ, ਉਹਨਾਂ ਦੀ ਰਿਐਕਟੀਵਿਟੀ ਜ਼ਿਆਦਾ ਹੋਏਗੀ ਟੂਵਰਡ SN1। ਜੋ SN2 ਦੇ ਅਕੋਰਡਿੰਗਲੀ ਪ੍ਰਾਇਮਰੀ ਅਲਕਾਈਲ ਹੈਲਾਈਡ ਜਿਹੜੇ ਹੋਣਗੇ ਉਹਨਾਂ ਦੀ ਰਿਐਕਟੀਵਿਟੀ ਜ਼ਿਆਦਾ ਹੋਏਗੀ। ਸੈਕੰਡਲੀ, ਜੋ SN2 ਰਿਐਕਸ਼ਨ ਇਹਨਾਂ ਦੇ ਅੰਦਰ ਨਿਊਕਲੀਓਫਾਈਲ ਸਟਰੋਂਗ ਚਾਹੀਦਾ ਹੈ, SN1 ਦੇ ਅੰਦਰ ਵੀਕ ਨਿਊਕਲੀਓਫਾਈਲ ਰਿਕੁਆਇਰਡ ਹੈ। SN2 ਦੇ ਅੰਦਰ ਪੋਲਰ ਏਪਰੋਟਿਕ ਸੋਲਵੈਂਟ ਦੀ ਜ਼ਰੂਰਤ ਹੁੰਦੀ ਹੈ, SN1 ਦੇ ਅੰਦਰ ਪੋਲਰ ਪ੍ਰੋਟਿਕ ਸੋਲਵੈਂਟ ਦੀ ਜ਼ਰੂਰਤ ਹੁੰਦੀ ਹੈ। SN2 ਰਿਐਕਸ਼ਨ ਦੇ ਅੰਦਰ ਜੋ ਰੇਟ ਹੈ ਉਹ ਦੋਨਾਂ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰੇਗਾ, ਅਲਕਾਈਲ ਹੈਲਾਈਡ ਐਜ਼ ਵੈਲ ਐਜ਼ ਨਿਊਕਲੀਓਫਾਈਲ। ਬਟ ਦੂਸਰੀ ਸਾਈਡ SN1 ਦੇ ਕੇਸ ਵਿੱਚ ਜੋ ਰੇਟ ਆਫ ਰਿਐਕਸ਼ਨ ਹੈ ਉਹ ਸਿਰਫ ਅਲਕਾਈਲ ਹੈਲਾਈਡ ਦੀ ਕੰਸਨਟ੍ਰੇਸ਼ਨ ਦੇ ਉੱਤੇ ਡਿਪੈਂਡ ਕਰੇਗਾ, ਇਸ ਕੇਸ ਵਿੱਚ ਵੀ ਅਲਕਾਈਲ ਹੈਲਾਈਡ। ਅਤੇ SN2 ਰਿਐਕਸ਼ਨ ਦੇ ਵਿੱਚ ਹਮੇਸ਼ਾ ਕੀ ਹੋਏਗੀ, ਇਨਵਰਜਨ ਆਫ ਕਨਫਿਗਰੇਸ਼ਨ, ਇਨਵਰਟਡ ਪ੍ਰੋਡਕਟ ਹੀ ਬਣੇਗਾ। ਬਟ SN1 ਦੇ ਅੰਦਰ ਰੈਸਮਾਈਜੇਸ਼ਨ ਹੋਏਗੀ, ਦੋਨੋਂ ਤਰ੍ਹਾਂ ਦੇ ਪ੍ਰੋਡਕਟ ਬਣਨਗੇ। SN2 ਦੇ ਅੰਦਰ ਕੋਈ ਵੀ ਰੀਅਰੇਂਜਮੈਂਟ ਨਹੀਂ ਹੋਏਗੀ ਜਿਹੜੀ ਕਿ SN1 ਦੇ ਅੰਦਰ ਹੁੰਦੀ ਸੀ। ਜਿਵੇਂ ਕਿ SN1 ਦੇ ਅੰਦਰ ਰੀਅਰੇਂਜਡ ਪ੍ਰੋਡਕਟ ਬਣਦਾ ਸੀ, ਜਿਹਦੇ ਵਿੱਚ ਅਸੀਂ ਪੜ੍ਹਿਆ ਹੈ ਹਾਈਡਰਾਈਡ ਸ਼ਿਫਟ, ਮਿਥਾਈਲ ਸ਼ਿਫਟ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਇਹ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਬਹੁਤ ਬਹੁਤ ਧੰਨਵਾਦ।